ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਪੰਜਵਾਂ। ਮਨ ਬਿਲਾਸ ਬਹੁ ਰੰਗ ਕਣਾ, ਦ੍ਰਿਸ਼ਟ ਭੂਲ ਖੁਸ਼ੀਆਂ। ਛਤਰ ਧਾਰ ਬਾਦਸ਼ਾਹੀਆਂ, ਵਿੱਚ ਸੈਂਸੇ ਪਰੀਆਂ। ਭਾਈ ਰੇ ਸੁਖ ਸਾਧ ਸੰਗ ਪਾਇਆ, ਲਿਖਿਆ ਲੇਖ ਤਿਨ ਪੁਰਖ ਵਿਧਾਤੇ। ਦੁਖ ਸੰਸਾ ਮਿਟ ਗਿਆ ਰਹਾਉ, ਜੇ ਥਾਨ ਥਨੰਤਰਾ। ਜੇਤੇ ਥਾਨ ਥਨੰਤਰਾ, ਤੇਤੇ ਭਵ ਆਇਆ। ਜੇਤੇ ਥਾਨ ਥਨੰਤਰਾ, ਤੇਤੇ ਭਵ ਆਇਆ। ਧਨ ਪਾਤੀ ਵੱਡ ਭੂਮੀਆਂ, ਮੇਰੀ ਕਰ ਪਰਿਆ। ਹੁਕਮ ਚਲਾਏ ਨਿਸੰਗ ਹੋਏ, ਵਰਤੈ ਆਫਰਿਆ। ਸਭ ਕੋ ਵਸਗਤ ਕਰ ਲਿਓਨ, ਬਿਨ ਨਾਵੈ ਖਾਕ ਰਲਿਆ। ਕੋਟ 33 ਸੇਵਕਾ, ਸਿਧ ਸਾਧਿਕ ਦਰ ਖਰਿਆ। ਗਿਰੰਬਾਰੀ ਵੱਡ ਸਾਹਿਬੀ, ਸਭ ਨਾਨਕ ਸੁਪਨ ਥੀਆ। ਕੋਟ 33 ਸੇਵਕਾ, ਸਿਧ ਸਾਧਿਕ ਦਰ ਖਰਿਆ। ਗਿਰੰਬਾਰੀ ਵੱਡ ਸਾਹਿਬੀ, ਸਭ ਨਾਨਕ ਸੁਪਨ ਥੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਨਾਲ, ਜੋ ਰੋਜ਼ਾਨਾ ਹਰ ਰੋਜ਼ ਫੇਸਬੁੱਕ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ, ਗਲੋਬਲ ਗੁਰਬਾਣੀ ਵਿਚਾਰ WhatsApp ਗਰੁੱਪ ਦੇ ਰਾਹੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਲੜੀਵਾਰ ਕਥਾ, ਜੋ ਰੋਜ਼ਾਨਾ ਸਵੇਰ ਦੇ ਟਾਈਮ ਤੇ ਆਪ ਜੀ ਕੀਆਂ ਗੁਰੂ ਦੀਆਂ ਸੰਗਤਾਂ ਦੀਆਂ ਅਸੀਸਾਂ ਦੇ ਨਾਲ ਲੈ ਕੇ ਹਾਜ਼ਰ ਹੁੰਨੇ ਆ। ਅੱਜ ਦੇ ਇਸ ਐਪੀਸੋਡ ਦੇ ਵਿੱਚ ਵੀ ਆਪ ਸਾਰਿਆਂ ਨੂੰ ਜੀ ਆਇਆਂ ਕਰਦੇ ਹਾਂ, ਆਪ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ। ਆਪ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ, ਜੋ ਰੋਜ਼ਾਨਾ ਲਾਈਵ ਪ੍ਰੋਗਰਾਮ ਨੂੰ ਸਰਵਣ ਕਰਦੇ ਹਨ ਤੇ ਸਤਿਗੁਰੂ ਜੀ ਕੇ ਪਿਆਰ ਤੇ ਗੁਰਬਾਣੀ ਗੁਰੂ ਸ਼ਬਦ ਦੇ ਪਿਆਰ ਦੇ ਪਾਤਰ ਬਣਦੇ ਹਨ। ਸੋ ਅੱਜ ਦਾ ਜਿਹੜਾ ਸ਼ਬਦ ਆਪ ਜੀ ਨੇ ਸ਼੍ਰੀ ਰਾਗ ਦੇ ਵਿੱਚ ਹੁਣੇ ਸਰਵਣ ਕੀਤਾ ਹੈ, ਇਹ 72 ਨੰਬਰ ਸ਼ਬਦ ਆ ਸ਼੍ਰੀ ਰਾਗ ਦੇ ਵਿੱਚੋਂ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਜਿਹੜੇ ਹੁਣ ਤੱਕ ਸ਼ਬਦ ਜਿਹੜੇ ਨੇ ਉਹ ਮੁਕੰਮਲ ਹੋ ਚੁੱਕੇ ਨੇ। ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਦੂਸਰਾ ਸ਼ਬਦ ਆ। ਅੱਜ ਦੇ ਪਾਵਨ ਸ਼ਬਦ ਦੇ ਜੋ ਸੈਂਟਰਲ ਆਈਡੀਆ ਹੈ ਰਹਾਉ ਦੀਆਂ ਪੰਕਤੀਆਂ ਦੇ ਵਿੱਚ, ਕੇਂਦਰੀ ਭਾਵ ਜੋ ਰਹਾਉ ਦੀਆਂ ਪੰਕਤੀਆਂ 'ਚ ਹੈ, ਉੱਥੋਂ ਗੁਰਬਾਣੀ ਦੀ ਵਿਚਾਰ ਆਪਾਂ ਰੋਜ਼ਾਨਾ ਹੀ ਸਰਵਣ ਕਰਦੇ ਹਾਂ। ਆਓ ਅੱਜ ਦੇ ਪਾਵਨ ਰਹਾਉ ਦੇ ਬੰਦ ਨਾਲ ਜੁੜੀਏ ਕਿ ਸਤਿਗੁਰੂ ਜੀ ਅੱਜ ਦੇ ਪਾਵਨ ਰਹਾਉ ਦੇ ਬੰਦ ਵਿੱਚ ਸਾਨੂੰ ਕੀ ਸਿੱਖਿਆ ਦੇ ਰਹੇ ਨੇ, ਤੇ ਅੱਜ ਦੇ ਸਮੁੱਚੇ ਸ਼ਬਦ ਵਿੱਚ ਸਤਿਗੁਰੂ ਜੀ ਸਾਨੂੰ ਕਿਸ ਤਰੀਕੇ ਦੇ ਜੀਵਨ ਜਿਉਣ ਦੀ ਤਾਕੀਦ ਕਰ ਰਹੇ ਹਨ। ਰਹਾਉ ਦੀਆਂ ਪੰਕਤੀਆਂ ਨੇ, ਭਾਈ ਰੇ ਸੁਖ ਸਾਧ ਸੰਗ ਪਾਇਆ। ਸਭ ਕਹਿੰਦੇ, ਹੇ ਮੇਰੇ ਵੀਰ, ਹੇ ਮੇਰੇ ਭਰਾ, ਜੇ ਤੂੰ ਆਤਮਿਕ ਤੌਰ ਤੇ ਸੁਖ ਚਾਹੁੰਦਾ, ਦੇਖੋ ਮਨੁੱਖ ਦੀ
ਜਿਹੜੀ ਸੋਚ ਆ ਨਾ, ਮਨੁੱਖ ਹਮੇਸ਼ਾ ਸਰੀਰਕ ਸੁੱਖ ਚਾਹੁੰਦਾ ਹੈ। ਇਹਦੀ ਜਿਤਨੀ ਨੀਡਸ ਖਲੋਤੀਆਂ ਨੇ ਸੰਸਾਰੀ ਸੁੱਖਾਂ ਦੀਆਂ ਨੇ। ਆਤਮਿਕ ਤੌਰ ਤੇ ਇਹਨੂੰ ਪਤਾ ਹੀ ਨਹੀਂ ਕਿ ਆਤਮਾ ਦਾ ਸੁੱਖ ਕੀ ਹੁੰਦਾ ਹੈ, ਕਿਉਂਕਿ ਜਿਸ ਦਿਨ ਮਨੁੱਖ ਨੂੰ ਆਤਮਿਕ ਸਕੂਨ ਦਾ ਆਨੰਦ ਆਉਣ ਲੱਗਾ, ਉਦਣ ਇਹਦੇ ਅੰਦਰ ਸ਼ੁਭ ਗੁਣਾਂ ਦਾ ਪ੍ਰਗਟਾਵਾ ਹੋਵੇਗਾ। ਜਦ ਤੱਕ ਇਹ ਸਰੀਰ ਨੂੰ ਕੰਫਰਟ ਜ਼ੋਨ ਵਿੱਚ ਰੱਖਣਾ ਪਸੰਦ ਕਰਦਾ ਹੈ, ਸਰੀਰ ਨੂੰ ਸੁੱਖ ਦੇਣਾ ਲੋਚਦਾ ਹੈ, ਜਿਵੇਂ ਜਿਵੇਂ ਸਰੀਰ ਨੂੰ ਸੁੱਖ ਦਿੰਦਾ ਹੈ, ਤਿਵੇਂ ਤਿਵੇਂ ਬਿਮਾਰੀਆਂ ਇਹਦੇ ਘਰ ਦੇ ਵਿੱਚ ਘਰ ਕਰਨ ਲੱਗ ਪੈਂਦੀਆਂ ਹਨ। ਕਿਉਂਕਿ ਸਰੀਰ ਇੱਕ ਐਸੀ ਚੀਜ਼ ਆ, ਇਹਨੂੰ ਜਿੰਨਾ ਵਰਤਾਂਗੇ, ਜਿੰਨਾ ਇਹਦਾ ਇਸਤੇਮਾਲ ਕਰਾਂਗੇ, ਜਿੰਨਾ ਇਹਨੂੰ ਯੂਟੀਲਾਈਜ਼ ਕਰਾਂਗੇ, ਓਨਾ ਇਹ ਫਿਜ਼ੀਕਲ ਫਿਟ ਰਹੇਗਾ, ਓਨਾ ਇਹ ਤੰਦਰੁਸਤ ਰਹੇਗਾ। ਪਰ ਮਨੁੱਖ ਦੀ ਇਸ ਤੋਂ ਉਲਟ ਸਟੋਰੀ ਹੈ। ਮਨੁੱਖ ਚਾਹੁੰਦਾ ਹੈ ਤਮਾਮ ਮੈਨੂੰ ਸਰੀਰਕ ਸੁੱਖ ਮਿਲਣ, ਹਰ ਚੀਜ਼ ਦੁਨੀਆ ਦੀਆਂ ਜਿਹੜੀਆਂ ਤਮਾਮ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਦਾ ਮੈਂ ਮਾਲਕ ਹੋਵਾਂ। ਮੇਰਾ ਬੰਗਲਾ ਬਹੁਤ ਖੂਬਸੂਰਤ ਹੋਵੇ, ਉਹਦੇ ਵਿੱਚ ਦੁਨੀਆ ਦਾ ਤਮਾਮ ਮਹਿੰਗੇ ਤੋਂ ਮਹਿੰਗਾ ਸਾਜੋ ਸਮਾਨ ਲੱਗਾ ਹੋਵੇ, ਮੇਰੇ ਕੋਲ ਮਹਿੰਗੀਆਂ ਗੱਡੀਆਂ ਹੋਣ, ਮੇਰੇ ਕੋਲ ਵਧੀਆ ਅਫਸਰਸ਼ਾਹੀਆਂ ਹੋਣ, ਤਾਂ ਕਿ ਦੁਨੀਆ ਮੈਨੂੰ ਸਲਾਮਾਂ ਕਰੇ, ਸਜਦੇ ਕਰੇ। ਬਸ ਇਹ ਇੱਥੇ ਤੱਕ ਸੁੱਖਾਂ ਨੂੰ ਰੱਖਣਾ ਚਾਹੁੰਦਾ ਹੈ। ਪਰ ਇਹ ਬਾਹਰ ਦੇ ਸੁੱਖ ਕਦੀ ਆਤਮਿਕ ਤੌਰ ਤੇ ਸੁੱਖ ਨਹੀਂ ਮਨੁੱਖ ਨੂੰ ਦੇ ਸਕੇ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਇੱਕ ਬੜੀ ਪਿਆਰੀ ਗੱਲ ਕਹੀ। ਕਹਿੰਦੇ ਮਨੁੱਖ ਨੇ ਇਹ ਸੋਚਿਆ, ਕਿਉਂਕਿ ਇਹਦਾ ਪ੍ਰਭਾਵ ਸੀ ਦੁਨਿਆਵੀ ਧਨ ਦੇ ਉੱਤੇ, ਇਹਦੇ ਸਾਹਮਣੇ ਜਿਹੜੀਆਂ ਕਹਾਣੀਆਂ ਮੌਜੂਦ ਸੀ ਨਾ, ਵੱਡਿਆਂ ਵੱਡਿਆਂ ਰਾਜਿਆਂ ਦੀਆਂ, ਵੱਡਿਆਂ ਵੱਡਿਆਂ ਧਨਾੜ ਪੁਰਖਾਂ ਦੀਆਂ, ਇਹਦੇ ਮਨ ਵਿੱਚ ਵੀ ਇੱਕ ਸੁਪਨਾ ਜਾਗਿਆ ਕਿ ਮੈਂ ਦੁਨੀਆ ਦਾ ਬਹੁਤ ਵੱਡਾ ਅਮੀਰ, ਬਹੁਤ ਵੱਡਾ ਧਨਾੜ ਬਣਾ। ਸਤਿਗੁਰੂ ਕਹਿੰਦੇ ਨੇ ਬਹੁਤ ਪੈਸਾ ਇਕੱਠਾ ਕੀਤਾ, ਹਰ ਇੱਕ ਤਾਮ ਝਾਮ ਬੇਈਮਾਨੀ ਜੋ ਕੁਝ ਕਰ ਸਕਦਾ ਸੀ, ਇੱਧਰ ਉੱਧਰ ਜੋ ਕੁਝ ਕਰ ਸਕਦਾ ਸੀ, ਇਹਨੇ ਪੈਸਾ ਇਕੱਠਾ ਕੀਤਾ। ਜਦੋਂ ਇਹ ਪੈਸਾ ਇਤਨਾ ਇਕੱਠਾ ਕਰਕੇ ਪਰਤਿਆ ਵਾਪਸ, ਤੇ ਇਹਨੂੰ ਇੱਕ ਸਵਾਲ ਕੀਤਾ ਕਿ ਤੂੰ ਹੁਣ ਸੁਖੀ ਹੈ? ਤੇ ਕਮਾਲ ਦੀ ਗੱਲ ਇਹ ਹੋਈ ਕਿ ਇਤਨਾ ਸਭ ਕੁਝ ਇਕੱਠਾ ਕਰਨ ਦੇ ਬਾਵਜੂਦ ਵੀ ਇਹਦੇ ਮੁਖ ਚੋਂ ਇਹੀ ਜਵਾਬ ਸੀ ਵੀ ਨਹੀਂ ਸਤਿਗੁਰੂ ਜੀ, ਮੈਂ ਬਹੁਤ ਦੁਖੀ ਹਾਂ। ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਮੇਰੇ ਬੱਚਿਆਂ ਤੋਂ ਮੈਂ ਪਰੇਸ਼ਾਨ ਹਾਂ, ਪਤਾ ਨਹੀਂ ਕਿਹੜੇ ਵੇਲੇ ਕੋਈ ਮੈਨੂੰ ਮਾਰ ਦੇਵੇ। ਗੱਲ ਕੀ ਪਲ ਪਲ ਜ਼ਿੰਦਗੀ ਜਿਹੜੀ ਹੈ ਨਾ, ਬੜੀ ਦਰਦ ਭਰੀ ਲੰਘ ਰਹੀ ਹੈ। ਇਤਨਾ ਧਨ ਹੋਣ ਦੇ ਬਾਵਜੂਦ ਵੀ ਮੈਂ ਦੁਖੀ ਹਾਂ, ਬਲਕਿ ਧਨਵਾਨ ਹੋਣਾ ਬਹੁਤ ਦੁੱਖ ਦੀ ਨਿਸ਼ਾਨੀ ਹੈ। ਤੋ ਸਤਿਗੁਰੂ ਜੀ ਨੂੰ ਕਹਿਣਾ ਪਿਆ, ਸੁੱਖ ਨਾਹੀਂ ਬਹੁਤੇ ਧਨ ਖਾਟੇ। ਕੋਈ ਸੁੱਖ ਨਹੀਂ ਮਿਲਿਆ ਇੰਨਾ ਧਨ ਇਕੱਠਾ ਕਰਨ ਦੇ ਬਾਵਜੂਦ ਵੀ। ਫਿਰ ਮਨੁੱਖ ਦੇ ਜੀਵਨ ਵਿੱਚ ਇੱਕ ਖਿਆਲ ਆਇਆ, ਸ਼ਾਇਦ ਡਰਾਮੇ, ਨਾਟਕ, ਚੇਟਕ, ਕਲੱਬਾਂ, ਪੱਬਾਂ ਵਿੱਚ ਜਾ ਕੇ ਸੁੱਖ ਮਿਲ ਜਾਵੇਗਾ। ਧਨਾੜ ਮਨੁੱਖ ਜਿਹਦੇ ਕੋਲ ਨੰਬਰ 1 ਤੇ ਪੈਸਾ ਹੁੰਦਾ ਹੈ, ਕਿੱਥੋਂ ਸੁੱਖ ਲੱਭਦਾ? ਫਿਰ ਉਹ ਲੱਭਦਾ ਹੈ ਕਲੱਬਾਂ ਦੇ ਵਿੱਚੋਂ, ਪੱਬਾਂ ਦੇ ਵਿੱਚੋਂ, ਡਰਾਮਿਆਂ ਦੇ ਵਿੱਚੋਂ, ਨਾਟਕ ਚੇਟਕਾਂ ਦੇ ਵਿੱਚੋਂ, ਕਿ ਸ਼ਾਇਦ ਇਹ ਮੈਨੂੰ ਕੁਝ ਪਲ ਸੁੱਖ ਦੇ ਦੇਣ। ਅੱਜ ਕਮੇਡੀ ਸ਼ੋਅ ਜਿੰਨੇ ਚੱਲ ਰਹੇ ਨੇ, ਸਾਰਿਆਂ 'ਚ ਤੁਸੀਂ ਇੱਕ ਕਹਿੰਦੇ ਗੱਲ ਸੁਣਦੇ ਹੋਵੋਗੇ ਕਿ ਮਨੁੱਖ ਬੜਾ ਤਣਾਅ ਦੇ ਵਿੱਚ ਆ, ਮਨੁੱਖ ਬੜਾ ਸੰਕਟ ਦੇ ਵਿੱਚ ਆ, ਮਨੁੱਖ ਹਰ ਵਕਤ ਪਰੇਸ਼ਾਨ ਆ, ਹਰ ਵਕਤ ਡਿਪਰੈਸ਼ਨ ਦੇ ਵਿੱਚ ਆ, ਹਰ ਵਕਤ ਇੱਕ ਬਹੁਤ ਵੱਡੇ ਤਣਾਅ ਦੇ ਵਿੱਚ ਆ, ਤੇ ਅਸੀਂ ਉਸ ਤਣਾਅ ਦੇ ਵਿੱਚ ਇਹਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਹੱਸ ਪਵੇ। ਹੁਣ ਇਹ ਮਸ਼ਕਰੀਆਂ ਤੋਂ ਹਾਸਾ ਤੇ ਉਹ ਹੱਸੂਗਾ ਨਾ ਜਿਹਦੇ ਕੋਲ ਨਾ ਉਹਦੇ ਕੋਲ ਕੋਈ ਗੁਰੂ ਹੈ, ਨਾ ਉਹਦੇ ਕੋਲ ਗੁਰੂ ਸ਼ਬਦ ਦਾ ਪ੍ਰਗਾਸ ਆ ਉਹਦੇ ਚਿੱਤ ਵਿੱਚ। ਉਹਦੇ ਵਾਸਤੇ ਹੋਣਗੇ ਇਹ ਨਾਟਕ ਚੇਟਕ ਸੁੱਖ ਦੇਣ ਵਾਲੇ। ਕੀ ਭਲਾ ਇਹ ਡਰਾਮੇ, ਇਹ ਨਾਟਕ ਚੇਟਕ ਮਨੁੱਖ ਨੂੰ ਸਦੀਵੀ ਸੁੱਖ ਦੇ ਸਕਦੇ ਨੇ? ਸਤਿਗੁਰੂ ਜੀ ਸਾਹਿਬ ਕਹਿੰਦੇ ਇਹ ਨਾਟਕ ਚੇਟਕ ਵੀ ਸੁੱਖ ਨਹੀਂ ਦੇ ਸਕਦੇ, ਕਿਉਂਕਿ ਜਿਹੜੇ ਡਰਾਮੇ ਕਰਨ ਵਾਲੇ ਨੇ ਉਹ ਖੁਦ ਡਰਾਮੇਬਾਜ਼, ਖੁਦ ਦੁਖੀ, ਖੁਦ ਪਰੇਸ਼ਾਨ ਨੇ। ਤੋ ਸਤਿਗੁਰੂ ਜੀ ਨੂੰ ਕਹਿਣਾ ਪਿਆ, ਸੁੱਖ ਨਾਹੀਂ ਪੇਖੇ ਨਿਰਤ ਨਾਟੇ। ਪੇਖੇ ਦਾ ਅਰਥ ਆ ਵੇਖਣਾ, ਨਿਰਤ ਦਾ ਅਰਥ ਆ ਨਾਚ, ਨਾਟੇ ਦਾ ਅਰਥ ਆ ਨਾਟਕ। ਸੁੱਖ ਨਹੀਂ ਮਿਲਿਆ ਨਾਟਕ ਚੇਟਕ ਵੇਖ ਕੇ ਵੀ, ਸਗੋਂ ਉਤੋਂ ਜ਼ਿਆਦਾ ਮਨ ਹੋਰ ਦੁਖੀ ਹੋਇਆ। ਫਿਰ ਮਨੁੱਖ ਨੇ ਸੋਚਿਆ ਚਲੋ ਬਾਹਰ ਕਿਤੇ ਘੁੰਮ ਫਿਰ ਆਈਏ, ਕਿਤੇ ਪੈਸੇ ਲਾ ਕੇ ਕਿਤੇ ਟਰੈਵਲ ਕਰ ਆਈਏ, ਕਿਤੇ ਹੋਟਲਾਂ 'ਚ ਰਹਿ ਆਈਏ, ਕਿਤੇ ਪਹਾੜਾਂ ਦੀਆਂ ਸੈਰਾਂ ਕਰ ਆਈਏ, ਚਲੋ ਸ਼ਾਇਦ ਇੱਥੋਂ ਸੁੱਖ ਮਿਲ ਜਾਊਗਾ।
घर की तनाह तो, घर की तंगी तो मनुख ने सोचा चलो उत्थे ही जाके सुख भाल लैने आ, देशां प्रदेशां का भ्रमण कर आउने आ। तो सतगुरु कहते मैं ये कुछ भी इनू करदियां वेखिया, तो जदों इनू पुछया भी हुण ते तू बड़ा खुश होवेगा, इन्ना कुछ घुम फिर आया है, हुण ते सकून विच होवेगा, हुण ते सुखी होवेगा ना तू। तो सब कहते इन्हें बड़ा निम्मा झूना जवाब दिता। जवाब की है? सुख नाही बहु देश कमाए। सतगुरु जी असी तो सोचे असी शायद प्रदेशों में जाके सुखी हो जावांगे, बल्कि होर दुखी हो गए, होर तकलीफ दे विच आ, होर परेशानी च आ। तो ये गल समझ पई प्रदेशों का भ्रमण भी मनुख नूं सुखी नहीं कर सकिया। सतगुरु जी तो पुछया इन्ना सब कुछ करन दे बावजूद हुण गुरु जी नूं पुछया पातशाह जी तुसीं दस दिओ। बहुत घट विरदे लोग ने जिहड़े मुड़ के पुछदे ने, नहीं तो कईयां नूं ते अपना अहंग अपना लालच पुछण ही नहीं दिंदा गुरु कोलों, क्योंकि अपने अहंग ते अपने क्रोध विच इतने डुबे हुए ने वो पुछना ही नहीं चाहते गुरु कोलों। हाँ जे किसी ने हिम्मत कीती निमरता प्रेम दे विच आके गुरु जी नूं पुछया ते सतगुरु जी ने बड़ा प्यारा जवाब दिता। कहंदे चेता रखी सर्ब सुखां हर हर गुण गाए। मैं तेनों तरीका दस देना सारे सुखां दा कारण की है। जे तू सुख लेना चाहुंदा है, सदैविक तौर ते आत्मिक तौर ते सुखी होना चाहुंदा है, ते हर वक्त उहदी रज़ा विच रहना शुरू कर दे, उहदे भाणे च रहना शुरू कर दे, उहदे हुक्म नूं मनना शुरू कर दे। अपनी दौड़ अपने मन की दौड़ मुका दे। इस मन के पिछे ना लग, मन दुखी करेगा, मन तकलीफ विच लियावेगा, मन परेशानियां देवेगा, क्योंकि मन कदी भी स्थिर नहीं रहिंदा। मन का सुभाव चंचलता ही है, तो चंचलता ही दुख दिंदी है, परेशानी दिंदी है। तो साहब कहंदे जे सुख चाहुना निरंकार दे गुण गाया कर। निरंकार दे गुण मतलब उहदी रज़ा विच रिहा कर। बहुत औखा है, गल करनी बड़ी सौखी है, बहुत सौखी है। उहदी रज़ा ते भाणे नूं मनना, उहदे हुक्म दे विच तुरना, ये किवें तुर लईए? साडी ते होंद ही खत्म हो जाएगी जे असीं आपां तुरन लग पए। आ जिहड़े लोकी मैनूं कल तक सलामा करनगे, इन्हां दा की होवेगा? ये जिहड़े लोकी कल तक मेरे एक हुक्म दे पिछे अपने आप नूं मेरे पैरां 'च सुੱਟ दिंदे ने, इन्हां दा की होवेगा? मनुख दे जीवन 'ਚ ही सवाल ने। मैं अपनी घर वाली ते जिहड़ा जोर जबरदस्ती पा के रखदा, इहदा की होएगा? ये तो डरूगी नहीं मेरे तो जे मैं उहदी रज़ा ते भाणे 'ਚ तुरन लग पवांगा। गल की मनुख की जिंदगी यही है, अत्याचार ना डरा के रखना है किसी, क्योंकि जिदण परमात्मा की रज़ा मनण लग पे ना, जिदण भाणा मनण लग पे, उदण जीवन की भटकना मिटण लग पवेगी, आत्मिक तौर पर मजबूती हो जाएगी, आत्मिक सुकून मिलेगा। हजे शरीर का सुख लभ रहे हैं, आत्मा दुखी है। आत्मा का सुकून है शुभ गुण, प्रीतम की सिफ सलाह, आत्मा नूं समझना। ते जिदण आत्मिक तौर पर सुकून मिलण लग पिया ना, सब कहते वो सुकून कित्थे है? भाई रे, हे मेरे वीर, हे मेरे भरा, वो आत्मिक सुख कित्थे है? साध संग पाया। भाई रे, सुख साध संग पाया। साध का अर्थ की है? संग। गुरु साडे वास्ते साध साडा गुरु साहब गुरु ग्रंथ साहब, जिन्हां दा एक एक बचन साधिया होया है। साध संग, गुरु की संगत कीती, गुरु शब्द की संगत कीती, गुरु जी के शब्द रूपी सज्जन नूं अपना मित्र बनाया। सतगुरु गुरु शब्द गुरबाणी जी मेरे जीवन का आधार बने। जदों मैं सतगुरु का संग करना शुरू किया, आत्मा मजबूत होंदी गई, चढ़दी कला आउंदी गई, भटकना मिटदी गई, सुकून आउंदा गया जीवन दे विच। हुण ओहदा हुक्म, ओहदी रज़ा, ओहदा भाणा मिठा लग रहा है। हुण आत्मिक तौर ते आनंद आ रहा है, रोम रोम खिड़िया रहिंदा है, क्योंकि ये गल समझ पै गई है। लिखिया लेख तिन पुरख विधाते, दुख सहसा मिट गया। रहाओ। उस अकाल पुरख सिरजणहार ने कृपा की। जदों मैं सतगुरु की संगत की, गुरु जी की मत लई, गुरु जी की बाणी ते तुरन लगा, उपदेश नूं फॉलो करन लगा, अकाल पुरख सिरजणहार परिपूर्ण परमात्मा जी ने पता की कीता? मेरे मत्थे दे उपर, मत्थे दे अर्थ आ
ਮੱਥੇ ਵਿੱਚ ਬੈਠੀ ਮੱਤ ਦੇ ਉੱਪਰ, ਜਿਹੜੀ ਮੇਰੀ ਮੱਤ ਆ ਨਾ, ਉਹਦੇ ਉੱਪਰ ਕੀ ਕੀਤਾ? ਚੰਗੇ ਭਾਗਾਂ ਦਾ ਲੇਖ ਲਿਖ ਦਿੱਤਾ। ਕਿਵੇਂ? ਹੁਣ ਮੇਰੀ ਮੱਤ 'ਚੋਂ ਚੰਗੇ ਖਿਆਲ ਪ੍ਰਗਟ ਹੋਣ ਲੱਗੇ, ਚੰਗੇ ਖਿਆਲਾਂ ਤੋਂ ਮੇਰਾ ਚੰਗਾ ਸੁਭਾਅ ਬਣਨ ਲੱਗਾ, ਚੰਗੇ ਸੁਭਾਅ ਤੋਂ ਮੇਰੇ ਕੰਮ ਚੰਗੇ ਆਉਣ ਲੱਗੇ। ਪਕੜ 'ਚ ਲਿਆਉਣਾ ਗੱਲ, ਧਿਆਨ ਦੇਣਾ, ਇਸ ਗੱਲ ਨੂੰ ਥੋੜ੍ਹਾ ਜਿਹਾ ਡੀਪਲੀ ਸਮਝਣ ਦੀ ਕੋਸ਼ਿਸ਼ ਕਰਨਾ। ਲਿਖਿਆ ਲੇਖ ਤਿਨ ਪੁਰਖ ਵਿਦਾਤੇ, ਸਿਰਜਣਹਾਰ ਪਰਿਪੂਰਨ ਪ੍ਰਮਾਤਮਾ ਨੇ ਜਦੋਂ ਮੈਂ ਸਤਿਗੁਰੂ ਜੀ ਕੀ ਸੰਗਤ ਦੇ ਵਿੱਚੋਂ ਗੁਰੂ ਸ਼ਬਦ ਨੂੰ ਫੋਲੋ ਕਰਨ ਲੱਗਾ, ਆਪਣੀ ਮਤ ਗੁਰੂ ਦੀ ਮਤ ਦੇ ਮੁਤਾਬਕ ਤੋਰਨ ਲੱਗਾ, ਆਪਣਾ ਅਹੰਗ, ਆਪਣਾ ਲੋਭ, ਆਪਣਾ ਲਾਲਚ ਸਭ ਛੱਡ ਦਿੱਤਾ ਤੇ ਕੀ ਕੀਤਾ? ਸਿਰਜਣਹਾਰ ਪੁਰਖ ਪ੍ਰਮਾਤਮਾ ਨੇ ਮੇਰੇ ਲੇਖਿਆ ਲੇਖ ਤਿਨ ਪੁਰਖ ਵਿਧਾਤੇ, ਉਹਨੇ ਲੇਖ ਲਿਖਿਆ ਕਿੱਥੇ? ਮੇਰੀ ਮੱਤ ਤੇ। ਜਿਹੜੀ ਮੇਰੀ ਮੱਤ ਪਹਿਲਾਂ ਮਨ ਮੱਤ ਸੀ, ਮਨ ਪਿੱਛੇ ਲੱਗਦੀ ਸੀ, ਹੁਣ ਇਸ ਮੱਤ ਦੇ ਉੱਤੇ ਚੰਗੇ ਵਿਚਾਰ ਪ੍ਰਗਟ ਹੋਣ ਲੱਗੇ, ਚੰਗੀਆਂ ਵਿਚਾਰਾਂ ਤੋਂ ਚੰਗੇ ਖਿਆਲ ਬਣਨ ਲੱਗੇ, ਚੰਗੇ ਖਿਆਲ ਜਦੋਂ ਪੈਦਾ ਹੋਏ ਤੇ ਚੰਗਾ ਸੁਭਾਅ ਬਣਨ ਲੱਗਾ। ਕਹਿੰਦੇ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਮਨੁੱਖ ਦਾ ਸੁਭਾਅ ਹੈ ਤੇ ਮਨੁੱਖ ਦੇ ਕੰਮ ਨੇ। ਸਭ ਤੋਂ ਵੱਡਾ ਦੁਸ਼ਮਣ, ਜੇ ਮਨੁੱਖ ਦਾ ਸੁਭਾਅ ਪਵਿੱਤਰ ਆ ਨਾ, ਇਹਦਾ ਕੋਈ ਦੁਸ਼ਮਣ ਨਹੀਂ ਹੋਵੇਗਾ। ਤੇ ਜਦੋਂ ਗੁਰੂ ਦੀ ਮੱਤ ਤੁਰੀ, ਗੁਰੂ ਦੀ ਮੱਤ ਤੇ ਤੁਰਿਆ, ਪ੍ਰੀਤਮ ਪ੍ਰਮਾਤਮਾ ਸਿਰਜਣਹਾਰ ਨੇ ਲਿਖਿਆ ਲੇਖ, ਉਹਨੇ ਮੇਰੀ ਮੱਤ ਉੱਤੇ ਸੱਚ ਦਾ ਲੇਖ, ਗੁਰੂ ਸ਼ਬਦ ਦਾ ਲੇਖ, ਗਿਆਨ ਦਾ ਲੇਖ ਲਿਖਣਾ ਸ਼ੁਰੂ ਕੀਤਾ। ਤਿਨੇ ਪੁਰਖ ਵਧਾਤੇ, ਉਹ ਸਿਰਜਣਹਾਰ ਪ੍ਰਮਾਤਮਾ ਨੇ ਦੁੱਖ ਸੈਂਸਾ ਮਿਟ ਗਿਆ। ਤੇ ਹੋਇਆ ਕੀ? ਹੁਣ ਜਦੋਂ ਸੁਭਾਅ ਵਿੱਚ ਨਿਰਮਲਤਾ ਆਈ, ਕਰਮ ਚੰਗੇ ਹੋਣ ਲੱਗੇ, ਕੰਮ ਚੰਗੇ ਬਣਨ ਲੱਗੇ, ਹੁਣ ਕਿਸੇ ਨਾਲ ਈਰਖਾ ਨਫ਼ਰਤ ਵਾਲੇ ਜਿਹੜੇ ਕੰਮ ਸੀ ਉਹ ਮਿਟ ਗਏ, ਚੰਗੇ ਕੰਮ ਗੁਣਾਂ ਵਾਲੇ ਬੰਨੇ ਜੀਵਨ ਤੁਰਨ ਲੱਗਾ, ਸੈਂਸਾ ਮਿਟ ਗਿਆ, ਚਿੰਤਾਵਾਂ ਮਿਟ ਗਈਆਂ, ਪਰੇਸ਼ਾਨੀਆਂ ਮਿਟ ਗਈਆਂ, ਦੁੱਖ ਮਿਟ ਗਏ, ਦਰਦ ਮਿਟ ਗਏ ਜੀਵਨ 'ਚੋਂ। ਹੁਣ ਜੀਵਨ ਦੇ ਵਿੱਚ ਸ਼ਾਂਤੀ ਹੈ, ਪਵਿੱਤਰਤਾ ਹੈ, ਰੋਮ ਰੋਮ ਅੰਗ ਅੰਗ ਨਿਰਮਲ ਹੈ, ਕਿਉਂਕਿ ਨਿਰਮਲ ਖਿਆਲ ਉਪਜ ਰਹੇ ਨੇ, ਨਿਰਮਲ ਸੁਭਾਅ ਉਪਜ ਰਿਹਾ ਹੈ, ਰੋਮ ਰੋਮ ਦੇ ਵਿੱਚ ਸ਼ਾਂਤੀ ਹੈ। ਪਹਿਲਾ ਬੰਦ ਹੈ ਪਾਵਨ ਸ਼ਬਦ ਦਾ, ਇਹ ਰਹਾਉ ਦਾ ਬੰਦ ਆ। ਰਹਾਉ ਦੇ ਬੰਦ ਵਿੱਚ ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਇਹ ਸਮਝਾਇਆ ਕਿ ਭਾਈ ਸੁੱਖ ਚਾਹੁੰਦਾ ਹੈ, ਸਤਿਗੁਰੂ ਜੀ ਕੀ ਸੰਗਤ ਕਰ, ਗੁਰੂ ਸ਼ਬਦ ਦੀ ਸੰਗਤ ਕਰ। ਜਦੋਂ ਗੁਰੂ ਦੀ ਸ਼ਬਦ ਦੀ ਸੰਗਤ ਕਰੇਗਾ, ਮੱਤ ਵਿੱਚੋਂ ਜਿਹੜੀ ਮੱਥੇ ਵਿੱਚ ਜਿਹੜੀ ਬੈਠੀ ਮੱਤ ਆ, ਜਿੱਥੋਂ ਇਹ ਤੰਤਰ ਬੰਤਰ ਤੂੰ ਬੁਣਦਾ ਹੈ, ਕਿਸੇ ਦਾ ਨੁਕਸਾਨ ਕਿਵੇਂ ਕਰਨਾ ਹੈ, ਕੋਈ ਮੇਰੇ ਤੋਂ ਅੱਗੇ ਲੰਘ ਗਿਆ ਉਹਨੂੰ ਕਿਵੇਂ ਪਿੱਛੇ ਲੈ ਕੇ ਆਉਣਾ ਹੈ, ਕਿਸੇ ਨੂੰ ਜਾਲਸਾਜੀ ਵਿੱਚ ਕਿਵੇਂ ਫਸਾਉਣਾ ਹੈ, ਆਹ ਜਿਹੜਾ ਤੰਤਰ ਬੰਤਰ ਹੈ। ਬਾਬਾ ਕਬੀਰ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਆ, ਉਹਦੇ ਉੱਪਰ ਬੜੀਆਂ ਮਿਥਿਹਾਸਿਕ ਸਾਖੀਆਂ ਲਿਖ ਦਿੱਤੀਆਂ ਇਹਨਾਂ ਪਖੰਡੀਆਂ ਲੋਕਾਂ ਨੇ, ਜਦ ਕਿ ਉਹ ਬੜਾ ਸਿੱਧਾ ਸਾਦਾ ਤੇ ਬੜਾ ਨਿਰੋਲ ਸ਼ਬਦ ਸੀ। ਕਹਿੰਦੇ ਬਾਬਾ ਕਬੀਰ ਜੀ ਕਹਿੰਦੇ ਤਨਨਾ ਬੁਨਨਾ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਬਾਬਾ ਕਬੀਰ ਜੀ ਕਹਿੰਦੇ ਜਿਹੜਾ ਪਹਿਲਾਂ ਤਾਣਾ ਪੇਟਾ ਬੁਣਦਾ ਰਹਿੰਦਾ ਹੁੰਦਾ ਸੀ ਨਾ ਮੈਂ, ਵੀ ਕਿਸੇ ਦਾ ਕਿਵੇਂ ਨੁਕਸਾਨ, ਤਾਣਾ ਪੇਟਾ ਹੀ ਬੁਣਨਾ ਹੈ। ਕਿਸੇ ਮਨੁੱਖ ਦੀ ਜ਼ਿੰਦਗੀ ਲੰਘ ਗਈ ਹੈ ਮਿਹਨਤ ਕਰਕੇ ਅੱਗੇ ਲੰਘਣ ਦੀ, ਇੱਕ ਉਹ ਲੋਕ ਨੇ ਜਿਹੜੇ ਛੇੜਯੰਤਰ ਕਰ ਰਹੇ ਨੇ, ਤਾਣਾ ਪੇਟਾ ਬੁਣਦੇ ਨੇ, ਕਿਸੇ ਨੂੰ ਕਿੱਥੇ ਲਿਆ ਕੇ ਸੁੱਟਣਾ ਹੈ। ਜੇ ਕੋਈ ਵੀਰ ਟਰੱਕ ਚਲਾਉਂਦਾ ਹੈ ਵੀ ਮੈਨੂੰ ਉਹਦੇ ਨਾਲ ਈਰਖਾ ਹੈ ਤੇ ਮੈਂ ਉਹਦੇ ਟਰੱਕ ਦੇ ਟਾਇਰ ਹੀ ਪਾੜ ਦਿੱਤੇ ਨੇ, ਜੇ ਮੈਨੂੰ ਉਹਦੇ ਨਾਲ ਈਰਖਾ ਹੈ ਤੇ ਮੈਂ ਉਹਦੇ ਪੈਟਰੋਲ ਵਾਲੇ ਟੈਂਕ ਦੇ ਵਿੱਚ ਰੇਤਾ ਹੀ ਸੁੱਟ ਦਿੱਤੀ ਹੈ। ਤੇ ਜੇ ਕੋਈ ਦੁਕਾਨਦਾਰੀ ਕਰ ਰਿਹਾ ਹੈ ਤੇ ਮੈਂ ਦੁਕਾਨਦਾਰੀ ਦੇ ਸਾਹਮਣੇ ਕੁਝ ਨਾ ਕੁਝ ਇਹੋ ਜਿਹਾ ਕਰ ਦਿੱਤਾ ਹੈ। ਗੱਲ ਕੀ ਕਿਸੇ ਦੀ ਚੜ੍ਹਦੀ ਕਲਾ ਵੇਖ ਕੇ ਬਰਦਾਸ਼ਤ ਨਾ ਕਰਨਾ, ਉਹਨੂੰ ਕਹਿੰਦੇ ਤਾਣਾ ਪੇਟਾ ਬੁਣਦੇ ਰਹਿਣਾ। ਬਾਬਾ ਕਬੀਰ ਜੀ ਕਹਿੰਦੇ ਇਹ ਛੱਡ ਦਿੱਤਾ ਹੈ, ਤਾਣਾ ਪੇਟਾ ਬੁਣਨਾ ਛੱਡ ਦਿੱਤਾ ਹੈ। ਹੁਣ ਆਪਣੇ ਸਰੀਰ ਤੇ ਪ੍ਰਮਾਤਮਾ ਦਾ ਨਾਮ ਲਿਖ ਲਿਆ, ਭਾਵ ਇਹ ਸਰੀਰ ਪ੍ਰਮਾਤਮਾ ਨੂੰ ਸਮਰਪਣ ਕਰ ਦਿੱਤਾ ਹੈ। ਹੇ ਨਿਰੰਕਾਰ ਜੀ, ਇਹ ਤੁਹਾਡਾ ਹੈ। ਅਸੀਂ ਵੀ ਜ਼ਿੰਦਗੀ 'ਚ ਬਸ ਐਸੇ ਹੀ ਤਾਣੇ ਪੇਟੇ ਬੁਣਦੇ ਰਹਿੰਦੇ ਹਾਂ, ਤੇ ਜਿੱਦਣ ਇਹ ਤਾਣੇ ਪੇਟੇ ਤਾਂ ਬੁਣਦੇ ਹਾਂ ਕਿਉਂਕਿ ਸਾਨੂੰ ਆਪਣੇ ਆਪ ਉੱਤੇ ਕੌਨਫੀਡੈਂਸ ਨਹੀਂ ਹੈ, ਅਸੀਂ ਆਤਮਿਕ ਤੌਰ ਤੇ ਮਜ਼ਬੂਤ ਨਹੀਂ ਹਾਂ, ਆਤਮਾ ਦੇ ਤੌਰ ਤੇ ਆਪਣੇ ਆਤਮਿਕ ਤੌਰ ਤੇ ਡਿੱਗੇ ਹੋਏ ਹਾਂ, ਗੁਰੂ ਦੇ ਨਾਲ ਸਾਡਾ ਕੋਈ ਗਿਆਨ ਨਹੀਂ ਜੁੜਿਆ, ਇਸੇ ਕਰਕੇ ਇਹ ਤਾਣੇ ਪੇਟੇ ਬੁਣਦੇ ਪਏ ਆ। ਪਰ ਜਿੱਦਣ ਗੁਰੂ ਦੀ ਮੱਤ ਦਾ ਪ੍ਰਗਾਸ਼ ਹੁੰਦਾ ਹੈ, ਸੱਚ ਜੀਵਨ ਵਿੱਚ ਆਉਂਦਾ ਹੈ,
ਮਨੁੱਖ ਦੇ ਕੰਮ ਨਿਰਮਲ ਹੋ ਜਾਂਦੇ ਨੇ। ਫਿਰ ਮਨੁੱਖ ਦੇ ਕਰਮ ਮਾੜੇ ਨਹੀਂ ਹੁੰਦੇ। ਉਹ ਆਪਣੇ ਕੰਮਾਂ ਤੋਂ ਕਿਸੇ ਦਾ ਨੁਕਸਾਨ ਨਹੀਂ ਕਰਦਾ, ਕਿਉਂਕਿ ਉਹਨੂੰ ਸਮਝ ਪੈ ਜਾਂਦੀ ਹੈ ਵਿਧਾਤਾ ਦੇਖ ਰਿਹਾ ਹੈ, ਅਕਾਲ ਪੁਰਖ ਵੇਖ ਰਿਹਾ ਹੈ। ਫਿਰ ਉਹ ਪ੍ਰਮਾਤਮਾ ਦੀ ਨਜ਼ਰ ਵਿੱਚ ਰਹਿ ਕੇ ਇੱਕ ਚੰਗਾ ਇਨਸਾਨੀਅਤ ਭਰਪੂਰ ਜੀਵਨ ਜਿਉਂਦਾ ਹੈ। ਇਹ ਸੀ ਰਾਹੋਂ ਦਾ ਬੰਦ। ਪਹਿਲਾ ਬੰਦ ਹੈ ਪਾਵਨ ਸ਼ਬਦ ਦਾ, ਸ਼੍ਰੀ ਰਾਗ ਮਹੱਲਾ ਪੰਜਵਾਂ। ਮਨ ਬਿਲਾਸ ਬਹੁ ਰੰਗ ਘਣਾ, ਦ੍ਰਿਸ਼ਟ ਭੂਲ ਖੁਸ਼ੀਆਂ ਮਨ। ਮਨ ਨੰਨੇ ਨੂੰ ਸਿਹਾਰੀ ਹੈ, ਭਾਵ ਮਨ ਦੇ ਵਿੱਚ ਬਿਲਾਸ। ਬਿਲਾਸ ਦਾ ਅਰਥ ਹੈ ਖੇਲ ਤਮਾਸ਼ਾ, ਖੇਡਾਂ ਤਮਾਸ਼ਿਆਂ ਦੇ ਵਿੱਚ। ਬਹੁ ਰੰਗ, ਕਈ ਰੰਗਾਂ ਦਾ। ਘਣਾ ਦਾ ਅਰਥ ਆ ਬਹੁਤ, ਆਪਾਂ ਕਹਿੰਦੇ ਘਣਾ ਹੀ ਕਾਲਾ, ਬਹੁਤਾ ਹੀ ਕਾਲਾ, ਬਹੁਤ। ਦ੍ਰਿਸ਼ਟ ਟੈਂਕੀ ਨੂੰ ਸਿਹਾਰੀ ਹੈ, ਦ੍ਰਿਸ਼ਟ ਦਾ ਅਰਥ ਆ ਨਜ਼ਰ। ਭੂਲ ਦਾ ਅਰਥ ਆ ਭੁੱਲ ਕੇ। ਸਾਹਿਬ ਕਹਿੰਦੇ ਜੇ ਕਿਸੇ ਮਨੁੱਖ ਦੇ ਮਨ ਵਿੱਚ ਕਈ ਕਿਸਮਾਂ ਦੇ ਬਹੁਤ ਚਾਅ ਮਲਾਰ ਹੋਵੇ, ਉਹਦੀ ਜ਼ਿੰਦਗੀ ਵਿੱਚ ਬਹੁਤ ਕੁਝ ਚਾਅ ਮਲਾਰੇ ਹੋਣ, ਭਾਈ ਆਹ ਕਰਨਾ ਹੈ, ਉਹ ਕਰਨਾ ਹੈ, ਤੇ ਉਸ ਦੀ ਨਿਗਾਹ ਦੁਨੀਆ ਦੀਆਂ ਖੁਸ਼ੀਆਂ ਵਿੱਚ ਹੀ ਭੁੱਲੀ ਰਵੇ। ਸਾਹਿਬ ਕਹਿੰਦੇ ਜੇ ਕਿਸੇ ਦੇ ਮਨ ਵਿੱਚ ਬਹੁਤ ਰੰਗ ਤਮਾਸ਼ੇ ਹੋਣ ਤੇ ਉਹ ਨਿਤ ਸੰਸਾਰਿਕ ਦੁਨੀਆ ਦੀਆਂ ਰੰਗ ਰਲੀਆਂ ਦੇ ਵਿੱਚ ਹੀ ਮਸਤ ਰਹਿੰਦਾ ਹੋਵੇ, ਛਤਰ ਧਾਰ ਬਾਦਸ਼ਾਹੀਆਂ ਵਿੱਚ ਸੈਂਸੇ ਪਰੀਆਂ। ਕਹਿੰਦੇ ਵੱਡਾ ਆਪਣੇ ਆਪ ਨੂੰ ਬਾਦਸ਼ਾਹ ਅਖਵਾਉਂਦਾ ਹੋਵੇ, ਛਤਰ ਉਹਦੇ ਸਿਰ ਤੇ ਝੂਲਦਾ ਹੋਵੇ, ਪਰ ਚੇਤਾ ਰੱਖਿਓ ਜੇ ਜੀਵਨ ਵਿੱਚ ਸੱਚ ਨਹੀਂ, ਜੇ ਜੀਵਨ ਦੇ ਵਿੱਚ ਪ੍ਰੀਤਮ ਦੀ ਯਾਦ ਨਹੀਂ, ਜੇ ਪਰਿਪੂਰਨ ਪਰਮਾਤਮਾ ਦੇ ਉੱਪਰ ਵਿਸ਼ਵਾਸ ਨਹੀਂ, ਜੇ ਜੀਵਨ ਦੇ ਵਿੱਚ ਸ਼ੁਭ ਗੁਣ ਨਹੀਂ, ਤੇ ਸਾਹਿਬ ਕਹਿੰਦੇ ਗੁਰੂ ਜੀ ਦੀ ਸੰਗਤ ਤੋਂ ਬਿਨਾਂ ਇਹ ਮੌਜਾਂ, ਇਹ ਰੰਗ ਰਲੀਆਂ ਸਿਰਫ ਤੇ ਸਿਰਫ ਸੈਂਸੇ ਭਰੀਆਂ ਫਿਕਰ ਦਾ ਕਾਰਨ ਬਣ ਜਾਣਗੀਆਂ, ਸੰਸੇ ਦਾ ਦੁੱਖਾਂ ਦਾ ਕਾਰਨ ਬਣ ਜਾਣਗੀਆਂ। ਕਿੰਨੇ ਪਿਆਰੇ ਬਚਨ ਨੇ। ਸਾਹਿਬ ਜੀ ਇਹ ਨਹੀਂ ਕਹਿੰਦੇ ਵੀ ਤੂੰ ਰਾਜਾ ਨਾ ਬਣ, ਸਾਹਿਬ ਕਹਿੰਦੇ ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਹੋਵੇਂ, ਛਤਰਧਾਰ ਬਾਦਸ਼ਾਹ ਹੋਵੇਂ ਤੂੰ, ਪਰ ਬਾਦਸ਼ਾਹ ਦਾ ਫਰਜ਼ ਵੀ ਨਿਭਾਵੇਂ। ਜੇ ਤੈਨੂੰ ਬਾਦਸ਼ਾਹੀ ਮਿਲੀ ਹੈ ਉਹਦਾ ਫਰਜ਼ ਨਿਭਾ। ਗਰੀਬ ਲੋਕਾਂ ਦੇ ਉੱਤੇ ਜ਼ੁਲਮ ਨਾ ਕਰ, ਲੋਕਾਂ ਦਾ ਹੱਕ ਨਾ ਮਾਰ। ਜੇ ਰੰਗ ਰਲੀਆਂ ਵਿੱਚ ਮਸਤ ਹੋ ਕੇ ਆ ਵੇਸ਼ਵਾਵਾਂ ਦੇ ਨਾਚ ਗਾਣਿਆਂ ਵਿੱਚ ਨਾ ਮਸਤ ਹੋ। ਅੱਜ ਕੀ ਹੋ ਰਿਹਾ ਆ ਤੁਸੀਂ ਦੇਖਿਓ, ਵਿਆਹਾਂ ਦੇ ਉੱਤੇ ਪੈਲਸਾਂ ਦੇ ਵਿੱਚ ਸ਼ਰਾਬਾਂ ਦੇ ਦੌਰ ਚੱਲਦੇ ਨੇ। ਆ ਹੁਣ ਚੱਲ ਪੈਣੇ ਨੇ ਇੰਡੀਆ ਦੇ ਵਿੱਚ ਵੀ ਪੈਲਸ ਭਰੇ ਹੋਣੇ ਨੇ। ਜੋ ਗੰਦੀ ਮੰਦੀ ਸ਼ਰਾਬ ਉੱਥੇ ਲੋਕਾਂ ਨੇ ਪੀ ਜਾਣੀ ਹੈ, ਫਿਰ ਆਪਣੀਆਂ ਹੀ ਬੱਚੀਆਂ ਦੀ ਉਮਰ ਦੀਆਂ ਧੀਆਂ ਭੈਣਾਂ ਸਟੇਜਾਂ ਤੇ ਨਚਾਉਣੀਆਂ ਨੇ, ਤੇ ਫਿਰ ਆਪਣੀ ਦਸਾਂ ਨੌਵਾਂ ਦੀ ਕਹਿ ਲਓ ਭਾਵੇਂ ਕਿਰਤ ਕਮਾਈ ਹੀ ਉਡਾਉਣੀ ਹੈ, ਉਹਦੇ ਉੱਪਰ ਨੋਟ ਉਡਾਉਣੇ ਨੇ। ਕਿਸੇ ਦੇ ਗਰੀਬ ਦੇ ਮੂੰਹ ਦੇ ਵਿੱਚ 1 ਰੁਪਈਆ ਨਹੀਂ ਪਾਉਣਾ। ਅਸੀਂ ਉੱਥੇ ਮਾਫ ਕਰਨਾ ਸ਼ਬਦ ਵਰਤਣ ਲੱਗਣਾ, ਨਾਚ ਗਾਣਿਆਂ ਦੇ ਵਿੱਚ ਅਸੀਂ ਲੱਖਾਂ ਰੁਪਈਏ ਗਵਾਉਨੇ ਆ, ਕਿਉਂਕਿ ਇੱਕ ਅਹੰਗ ਆ, ਛਤਰਧਾਰ ਬਾਦਸ਼ਾਹੀਆਂ ਦਾ ਮਾਣ ਆ। ਸਤਿਗੁਰੂ ਕਹਿੰਦੇ ਚੇਤਾ ਰੱਖੀ, ਜੇ ਤੂੰ ਇਹ ਸਭ ਕੁਝ ਰੰਗ ਰਲੀਆਂ ਤੇ ਮਸਤ ਮੌਜਾਂ ਦੇ ਵਿੱਚ ਪਿਆ ਹੋਇਆ ਨਾ, ਤੇ ਜੇ ਪ੍ਰੀਤਮ ਦੀ ਯਾਦ ਨਹੀਂ ਕੋਲ, ਜੇ ਪ੍ਰਮਾਤਮਾ ਦਾ ਦੱਸਿਆ ਹੋਇਆ ਸਿਧਾਂਤ ਕੋਲ ਨਹੀਂ, ਤੇ ਚੇਤਾ ਰੱਖੀ ਇਹ ਤੇਰੀਆਂ ਬਾਦਸ਼ਾਹੀਆਂ, ਇਹ ਤੇਰੀਆਂ ਰੰਗ ਰਲੀਆਂ ਤੈਨੂੰ ਦੁਖੀ ਕਰ ਦੇਣਗੀਆਂ, ਤੈਨੂੰ ਸਹਿਮ ਦੇ ਵਿੱਚ ਲੈ ਆਉਣਗੀਆਂ, ਤੈਨੂੰ ਪਰੇਸ਼ਾਨ ਕਰ ਦੇਣਗੀਆਂ, ਜੇ ਤੂੰ ਇਸ ਛਤਰਧਾਰ ਬਾਦਸ਼ਾਹੀਆਂ ਤੇ ਇਸ ਅਮੀਰੀ ਦਾ ਸਹੀ ਫਾਇਦਾ ਨਾ ਲਿਆ। ਜੇ ਰੱਬ ਨੇ ਤੈਨੂੰ ਅਮੀਰੀ ਦਿੱਤੀ ਹੈ ਤੇ ਤੂੰ ਉਸ ਅਮੀਰੀ ਦੇ ਨਾਲ ਕਈਆਂ ਦੀਆਂ ਬਾਹਾਂ ਫੜ ਸਕਦਾ ਹੈ, ਕਈਆਂ ਦੇ ਘਰਾਂ ਦੇ ਵਿੱਚ ਰੋਟੀ ਚਲਾ ਸਕਦਾ ਹੈ। ਤੈਨੂੰ ਬਾਦਸ਼ਾਹੀ ਦਿੱਤੀ ਹੈ, ਕਈਆਂ ਦੇ ਲੋਕਾਂ ਨੂੰ ਹੱਕ ਦਿਵਾ ਸਕਦਾ ਹੈ। ਅਫਸਰਸ਼ਾਹੀ ਕੀ ਹੈ? ਮਿਹਨਤ ਦੇ ਨਾਲ ਅੱਜ ਮੈਂ ਅਫਸਰ ਬਣਿਆ, ਪਰ ਜੇ ਮੈਂ ਅਫਸਰ ਬਣ ਕੇ ਆਪਣਾ ਘਰ ਹੀ ਭਰੀ ਜਾ ਰਿਹਾ, ਰਿਸ਼ਵਤਾਂ ਲਈ ਜਾ ਰਿਹਾ, ਇੱਕ ਉਸ ਗਰੀਬ ਲੋਕਾਂ ਕੋਲੋਂ ਪੈਸੇ ਉਗਰਾ ਰਿਹਾ ਜਿਨ੍ਹਾਂ ਵਿਚਾਰਿਆਂ ਨੇ ਬੜੀ ਮਿਹਨਤ ਮੁਸ਼ੱਕਤ ਨਾਲ ਕੁਝ ਪੈਸੇ, ਕਈ ਲੋਕਾਂ ਕੋਲੋਂ ਕਰਜ਼ਾ ਚੁੱਕ ਕੇ ਜਿਹੜੇ ਵਿਚਾਰੇ ਰਿਸ਼ਵਤਾਂ ਦੇ ਕੇ ਆਪਣਾ ਕੰਮ ਨਿਭਾ ਰਹੇ ਨੇ, ਕਿਉਂਕਿ ਇਹਨਾਂ ਅਫਸਰਾਂ ਦੀਆਂ ਜ਼ਬਾਨਾਂ ਬਹੁਤ ਵੱਡੀਆਂ ਹੋ ਚੁੱਕੀਆਂ ਨੇ। ਇਸ ਕਰਕੇ ਤੇ ਨਹੀਂ ਸੀ ਅਫਸਰਸ਼ਾਹੀ ਮਿਲੀ। ਜੇ ਤੂੰ ਪੜ੍ਹ ਲਿਖ ਕੇ ਤੇਰੇ ਮਾਂ ਬਾਪ ਨੇ ਤੈਨੂੰ ਅਫਸਰ ਬਣਾਇਆ ਹੈ,
ਤੇ ਉਸ ਅਫਸਰ ਦਾ ਫਰਜ਼ ਆ ਗਰੀਬਾਂ ਦੀ ਬਾਂਹ ਫੜੇ, ਉਹਨਾਂ ਦੀਆਂ ਦੁਆਵਾਂ ਲਵੇ, ਅਸੀਸਾਂ ਲਵੇ। ਤੇ ਜਿੱਦਣ ਅਸੀਸਾਂ ਲਵੇਗਾ ਨਾ, ਘਰ ਸਵਰਗ ਬਣ ਜਾਵੇਗਾ। ਤੋ ਸਾਹਿਬ ਕਹਿੰਦੇ ਭਾਈ ਰੇ ਸੁਖ ਸਾਧ ਸੰਗ ਪਾਇਆ। ਹੇ ਮੇਰੇ ਵੀਰ, ਹੇ ਮੇਰੇ ਭਰਾ, ਗੁਰੂ ਜੀ ਦੀ ਸੰਗਤ ਕੀਤਿਆਂ ਹੀ ਆਤਮਿਕ ਸੁੱਖ ਮਿਲ ਸਕਦਾ ਹੈ। ਲਿਖਿਆ ਲੇਖ ਤਿਨ ਪੁਰਖ ਵਿਧਾਤੈ, ਦੁੱਖ ਸਹਿੰਸਾ ਮਿਟ ਗਿਆ। ਸਿਰਜਣਹਾਰ ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਨੇ ਜਦੋਂ ਤੋਂ ਗੁਰਮਤਿ ਗੁਰੂ ਸ਼ਬਦ ਵਿੱਚੋਂ ਗੁਰੂ ਜੀ ਦੇ ਗਿਆਨ ਨੂੰ ਫਾਲੋ ਕਰਕੇ ਆਪਣੀ ਮਤ ਨੂੰ ਗੁਰੂ ਦੇ ਮਤ ਮੁਤਾਬਕ ਤੋਰਨ ਲੱਗਾ, ਇਸ ਮਤ ਉੱਤੇ ਗੁਰੂ ਪ੍ਰਮਾਤਮਾ ਵਾਹਿਗੁਰੂ ਜੀ ਨੇ ਸੱਚ ਤੇ ਸਿਧਾਂਤ ਦਾ ਲੇਖ ਲਿਖ ਦਿੱਤਾ। ਹੁਣ ਕਰਮ ਸੱਚੇ ਰਾਹ ਤੇ ਤੁਰਨ ਲੱਗੇ, ਕੰਮ ਚੰਗੇ ਹੋਣ ਲੱਗੇ, ਸੁਭਾਅ ਵਿੱਚ ਮਿਠਾਸ ਆਉਣ ਲੱਗੀ, ਤੰਤਰ ਜੰਤਰ ਛੜਯੰਤਰ ਜੀਵਨ 'ਚ ਮੁੱਕਣ ਲੱਗੇ। ਹੁਣ ਨਾ ਕੋਈ ਈਰਖਾ ਕਿਸੇ ਨਾਲ ਹੈ, ਨਾ ਕਿਸੇ ਨਾਲ ਨਫ਼ਰਤ ਆ। ਹੁਣ ਸਹਿਜ ਦਾ ਜੀਵਨ ਜਿਉਣ ਲੱਗਾ ਤੇ ਸਾਰੇ ਚਿੰਤਾਵਾਂ, ਫਿਕਰ, ਤੌਖਲੇ ਜੀਵਨ ਵਿੱਚੋਂ ਗੁਰੂ ਜੀ ਨੇ ਮਿਟਾ ਦਿੱਤੇ। ਰਹਾਓ ਜੇਤੇ ਥਾਨ ਥਨੰਤਰਾ ਤੇ ਭਵ ਆਇਆ। ਸਭ ਕਹਿੰਦੇ ਜੇ ਸੁੱਖ ਪਾਉਣ ਵਾਸਤੇ ਭਾਵੇਂ ਤੂੰ ਕਿੰਨੀਆਂ ਦੇਸ਼ਾਂ ਦੇਸ਼ਾਂਤਰਾਂ ਦੇ ਚੱਕਰ ਕੱਟ ਲਾ, ਇਹ ਸਭ ਜਗ੍ਹਾ ਭਾਵੇਂ ਘੁੰਮਿਆ, ਥਾਂ ਥਾਂ ਤੇ ਘੁੰਮ ਕੇ ਵੇਖ ਲਾ, ਦੁਨੀਆ ਦੇ ਤਮਾਮ ਨਜ਼ਾਰਿਆਂ ਨੂੰ ਵੇਖ ਕੇ ਇਹ ਸੋਚ ਕਿ ਜੇ ਇਹ ਨਜ਼ਾਰੇ ਤੈਨੂੰ ਸੁੱਖ ਦੇ ਦੇਣਗੇ, ਜੇਤੇ ਥਾਨ ਥਨੰਤਰਾ ਤੇ ਭਵ ਆਇਆ। ਧਰਤੀ ਦੇ ਜਿਤਨੇ ਵੀ ਸੋਹਣੇ ਸੋਹਣੇ ਥਾਂ ਹਨ, ਜੇ ਕੋਈ ਮਨੁੱਖ ਉਹ ਸਾਰੇ ਹੀ ਥਾਂ ਘੁੰਮ ਫਿਰ ਕੇ ਵੇਖ ਆਇਆ ਹੋਵੇ, ਤਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ। ਤਨ ਪਾਤੀ ਦਾ ਅਰਥ ਹੈ ਧਨਾੜ, ਅਰਬਾਂਪਤੀ, ਅਮੀਰ, ਭੂਮੀਆਂ ਜ਼ਮੀਨਾਂ ਦਾ ਮਾਲਕ, ਜਗੀਰਾਂ ਦਾ ਮਾਲਕ, ਮੇਰੀ ਮੇਰੀ ਕਰ ਪਰਿਆ। ਸਭ ਕਹਿੰਦੇ ਜੇ ਕੋਈ ਬਹੁਤ ਧਨਾੜ ਹੋਵੇ, ਬਹੁਤ ਜ਼ਮੀਨਾਂ ਦਾ ਮਾਲਕ ਹੋਵੇ, ਤੇ ਚੇਤਾ ਰੱਖਿਓ ਜੇ ਉਹਦੇ ਜੀਵਨ ਦੇ ਵਿੱਚ ਗੁਰੂ ਦੀ ਮੱਤ ਨਹੀਂ ਨਾ, ਜੇ ਉਹਦੇ ਜੀਵਨ ਵਿੱਚ ਚੰਗੀ ਸੰਗਤ ਨਹੀਂ, ਜੇ ਉਹਦੇ ਜੀਵਨ ਵਿੱਚ ਚੰਗੇ ਖਿਆਲ ਨਹੀਂ, ਚੰਗਾ ਸੁਭਾਅ ਨਹੀਂ, ਉਹ ਕਿਸੇ ਦਾ ਭਲਾ ਨਹੀਂ ਜੇ ਕਰਦਾ, ਜੇ ਜੀਵਨ ਵਿੱਚ ਵਿਕਾਰ ਭਰੇ ਹੋਏ ਨੇ, ਗੰਦਗੀ ਭਰੀ ਹੋਈ ਹੈ, ਹਰ ਵਕਤ ਮੇਰੀ 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 ਕਰਦਾ ਰਹਿੰਦਾ ਹੈ, ਤੋ ਸਭ ਕਹਿੰਦੇ ਚੇਤਾ ਰੱਖੀ ਐਸਾ ਮਨੁੱਖ ਦੁਨੀਆ ਦਾ ਬਹੁਤ ਵੱਡਾ ਦੁਖਦਾਈ ਹੋਵੇਗਾ, ਇਹ ਬਹੁਤ ਦੁਖੀ ਹੋਵੇਗਾ। ਇਹ ਧਨ, ਇਹ ਪਦਾਰਥ ਇਹਨੂੰ ਸੁੱਖ ਨਹੀਂ ਦੇਣਗੇ, ਸਗੋਂ ਇਸ ਆਹੰਗ ਦੇ ਚਿੱਕੜ ਵਿੱਚ ਡੁੱਬਦਾ ਹੋਇਆ ਇਹ ਅਤ ਪਰੇਸ਼ਾਨ ਤੇ ਬਹੁਤ ਦੁਖੀ ਆਪਣਾ ਜੀਵਨ ਜੀਵੇਗਾ। ਹੁਕਮ ਚਲਾਏ ਨਿਸੰਗ ਹੋਏ ਵਰਤੇ ਆਫਰਿਆ। ਸਭ ਕਹਿੰਦੇ ਧਨਾੜ ਧਨ ਦੇ ਨਸ਼ੇ ਦੇ ਵਿੱਚ ਜੇ ਕੋਈ ਮਨੁੱਖ ਲੋਕਾਂ ਨੂੰ ਝੁਕਾਉਣ ਦੀ ਖਾਤਰ ਸ਼ਰਮ ਲਾ ਕੇ ਲੋਕਾਂ ਤੇ ਹੁਕਮ ਕਰਨ ਲੱਗ ਪਵੇ, ਕਿੰਨੇ ਤਿੱਖੇ ਬਚਨ ਨੇ ਗੁਰੂ ਜੀ ਦੇ। ਹੁਕਮ ਚਲਾਏ ਨਿਸੰਗ ਹੋਏ, ਕਹਿੰਦੇ ਬੇਸ਼ਰਮ ਹੋ ਕੇ ਜੇ ਲੋਕਾਂ ਤੇ ਹੁਕਮ ਚਲਾਉਣ ਲੱਗ ਪਵੇ, ਵਰਤੇ ਆਫਰਿਆ, ਤੇ ਲੋਕਾਂ ਨਾਲ ਬੜੀ ਆਕੜ ਵਾਲਾ ਸਲੂਕ ਕਰੇ। ਅਸੀਂ ਆਪਣੇ ਜੀਵਨ 'ਚ ਝਾਤੀ ਮਾਰੀਏ, ਕਿਤੇ ਅਸੀਂ ਵੀ ਤੇ ਇੰਜ ਤੇ ਨਹੀਂ ਕਰਦੇ, ਕਿਤੇ ਅਸੀਂ ਵੀ ਚੰਦ ਕੁ ਸਿੱਕਿਆਂ ਦਾ ਮਾਣ ਤੇ ਨਹੀਂ ਕਰਕੇ ਬੈਠੇ, ਅਸੀਂ ਵੀ ਕਿਸੇ ਦੇ ਆਪਣੇ ਕੋਲ ਜਿਹੜਾ ਸਾਡਾ ਮਜ਼ਦੂਰ ਕੰਮ ਕਰਦਾ ਹੈ, ਕਿਤੇ ਉਹਦੇ ਉੱਪਰ ਆਕੜ ਤੇ ਨਹੀਂ ਪਾ ਰਿਹਾ, ਕਿਉਂਕਿ ਹਰ ਮਨੁੱਖ ਕਿਸੇ ਨਾ ਕਿਸੇ ਤੇ ਆਕੜ ਜਮਾਉਂਦਾ ਹੈ, ਆਪਣੇ ਤੋਂ ਵੱਡੇ ਤੇ ਨਹੀਂ, ਛੋਟੇ ਤੇ। ਹੁਕਮ ਚਲਾਉਂਦਾ ਹੈ, ਹੁਕਮ ਮੰਨਦਾ ਨਹੀਂ, ਹੁਕਮ ਚਲਾਉਂਦਾ ਹੈ। ਹੁਕਮ ਚਲਾਏ ਨਿਸੰਗ ਹੋਏ, ਬੇਸ਼ਰਮ ਹੋ ਕੇ ਹੁਕਮ ਚਲਾਉਂਦਾ ਹੈ। ਵਰਤੇ ਆਫਰਿਆ, ਤੇ ਸਭ ਕਹਿੰਦੇ ਆਫਰਿਆ, ਆਕੜ ਕੇ ਹੰਕਾਰ ਦੇ ਵਿੱਚ ਘੁੰਮਦਾ ਹੈ। ਸਭ ਕੋ ਵਸਗਤ ਕਰ ਲਿਓਨ ਬਿਨ ਨਾਵੇਂ ਖਾਕ ਰਲਿਆ। ਸਭ ਕੋ ਹਰੇਕ ਜੀਵ ਵਸਗਤ ਵਸ ਦੇ ਵਿੱਚ ਆ ਜਾਵੇ, ਲਿਓਨ ਲਿਆ ਹੈ ਉਸਨੇ, ਅਖੀਰਿਆ ਖਾਕ ਮਿੱਟੀ ਵਿੱਚ। ਸਭ ਕਹਿੰਦੇ ਜੇ ਐਸੇ ਮਨੁੱਖ ਨੇ ਹਰੇਕ ਨੂੰ ਆਪਣੇ ਹੁਕਮ ਦੇ ਵਿੱਚ ਲਾ ਵੀ ਲਿਆ, ਵਸ ਵਿੱਚ ਕਰ ਵੀ ਲਿਆ, ਤੇ ਹਰ ਕੋਈ ਮਨੁੱਖ ਉਹਦਾ ਹੁਕਮ ਵੀ ਮੰਨਣ ਲੱਗ ਪਵੇ,
पर चेता रखियो जे गुरु नूं नहीं ना चंगा लगा, जो परमात्मा दे हुक्म नूं नहीं पाया, जे परमात्मा दी नदर दा पात्र ही नहीं बन सकिया, ऐसे मनुख दियां ये बादशाहियां, ऐसे मनुख दियां ये नवाबियां सब मिट्टी विच रल जाणगियां, एक दिन खाक हो जाणगियां। क्योंकि प्रीतम परमात्मा दे नाल जिहड़ा आडा लैंदा है, निरंकार दे नाल रब बनन दी कोशिश करदा है, उहदा हशर बहुत माड़ा हुंदा है। कोट ते तिस सेवका सिद्ध साधिक दर खरिया। कोट 33 का अर्थ हुंदा 33 करोड़ देवते दर दर ते। कहंदे जे मनुख मन लो कि 33 करोड़ देवते उसदे सेवक बन जाण, सिद्ध ते साधिक उसदे दर ते खलोते रहन, इतनी वड्डी बादशाही होवे। गिरमबारी वड साहिबी, गिरमबारी का अर्थ आ भारी जिम्मेवारी, बहुत वड्डी जिम्मेवारी उहदे मोढियां ते होवे। वड साहिबी ते बहुत वड्डा साहिब बन जावे। सब नानक सुपन थिया, ते सब कहंदे चेता रखी गुरु परमात्मा दी नदर तो बिना, उहदे हुक्म तो बिना, उहदे प्यार तो बिना, उहदी रज़ा तो बिना ये सब किसे काम दियां नहीं। समझ ला इस सुपने वांगू आ कि जिदण ये सुपना टुटिया तो उदण पल्ले कुछ भी नहीं रहना। सतगुरु जी ने पावन शब्द दे राही यही गल दृढ़ता नाल समझाउण दी कोशिश कीती है कि भाई तेरियां अमीरियां, तेरियां बादशाहियां, तेरियां नवाबियां ये सब तां तक आ जे तू प्रीतम दे हुक्म ते रज़ा विच रहीं। सब कहंदे जे तू अहंकार करें अपने महलों का, अपनियां नवाबियां का, आकड़ के घूमे, हुक्म चलावें, लोकां नूं पैर दी जुत्ती समझें, ते चेता रखी एक दिन एक खाक हो जाणियां ने, मिट्टी हो जाणियां ने, ना किसी दे नाल गईयां ने ते ना नाल जाणियां ने। किसी नूं डरा के, धमका के, अत्याचार करके नहीं किसी नूं गुलाम बनाया जाता। किसी नूं प्यार नाल जित्तिया जावे, सत्कार नाल जित्तिया जावे, कोई इज्जत मान सन्मान करे, ये तां ही हो सकदा है। सब कहंदे जे तू प्रीतम दी याद विच जुड़ के एक सच्चा ते सुच्चा जीवन जीवें, निमरता ते प्रेम ते हलीमी विच जीवन रखें, ते तमाम दुनिया दियां पातशाहियां तेरे पैरां विच पै सकदियां हन। तू सच्चा नवाब हो सकदा है, क्योंकि सतगुरु जी उन्होंने राजा नहीं मनते जिहदे कोल बड़ा धन आ। सब कहंदे ये भूपत राणे रंग दिन चार सुहावना, ये झूठे राजे किसे काम दे नहीं। असली राजा कौन आ? जिस नाम हृदे सोई वड राजा, जिहदे चित्त विच सच वसदा ना, जिहदे कोल सब कुछ है ते होण दे बावजूद भी दिल माड़ा है, दिल गंदा है, दिल विच कंजूसी है, उत्ते मंगता है। ते जिहदे कोल कुछ भी नहीं पर दिल बहुत वड्डा है, सेवा करदा है मानवता दी, दूजियां दे दुख वंडदा है, दूजियां दे दर्द वंडदा है, वो सब कुछ पा के भी एक गरीब आ ते एक सब कुछ हो ना कुछ हो के भी अमीर आ, क्योंकि उहदे कोल दुनिया दा प्यार आ, परमात्मा दा प्यार आ, उहदे कोल गुरु दी मत ते चलण दा ज्ञान आ। वो गुरु जी नूं पुछ के गुरु शब्द मुताबक जीवन टालदा है। सो अज दे पावन शब्द 72 नंबर शब्द आ गुरु ग्रंथ साहिब जी का, श्री गुरु अर्जन देव जी महाराज जी के मुखारबिंद तो उच्चारण किया है। सतगुरु जी ने इस शब्द विच यही गल समझाई है कि हे मनुख, जो जाने मैं जोबनवंत सो होवत विष्टा का जंत। जो आपस को कर्मवंत कहावे, जिहड़ा वड्डा वड्डा राजा खवावे, धन भूम जमीनदारियां दा मालक खवावे, सब कहंदे वो गंदगी दा कीड़ा है। गुरु नानक साहब जी जपजी साहिब विच कहंदे जे जुग चारे आरजा, तेरी भावें जुगा जुगंतरा जिन्नी उम्र हो जावे। जे जुग चारे आरजा, होर दसूणी होवे, उस तो होर 10 गुणा होर वध जावे। नवां खंडां विच जाणीए, तू एक खंड की गल करदा, सब कहंदे मैं कहना तैनूं 9 खंडां दे विच जाणिया जांदा होवे। नाल चलै सब कोए, तेरी एक आवाज़ ते सारे तेरे नाल तुर पैण।
ਏਤਾ ਜੇ ਨਾਲ ਚੱਲੇ ਸਭ ਕੋਈ, ਚੰਗਾ ਨਾਉ ਰਖਾਈ ਕੈ, ਤੇ ਉਹ ਆਪਣਾ ਚੰਗੇ ਨਾਮਣੇ ਵਾਲਾ ਮਾਣ ਸਨਮਾਨ ਵਾਲਾ ਬਣ ਜਾਵੇ। ਕਹਿੰਦੇ ਚੇਤਾ ਰੱਖੀ ਵਾਤ ਨਾ ਪੁੱਛੈ ਕੋਈ, ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ, ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੋਈ। ਇਹੀ ਗੱਲ ਅੱਜ ਦੇ ਸ਼ਬਦ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਸਮਝਾਈ ਹੈ। ਤੂੰ ਬਾਦਸ਼ਾਹ ਹੋਵੇਂਗਾ, ਨਵਾਬੀਆਂ ਸਭ ਕੁਝ ਪਾਤਸ਼ਾਹੀਆਂ ਦਾ ਮਾਲਕ ਹੋਣ ਦੇ ਬਾਵਜੂਦ ਵੀ ਜੇ ਤੇਰੇ ਕੋਲ ਪ੍ਰੀਤਮ ਦੀ ਯਾਦ ਨਹੀਂ ਨਾ, ਜੇ ਨਿਰੰਕਾਰ ਤੇ ਵਿਸ਼ਵਾਸ ਨਹੀਂ, ਜੇ ਤੂੰ ਗੁਰੂ ਦੀ ਮੱਤ 'ਤੇ ਨਹੀਂ ਚੱਲਦਾ, ਤੇ ਤੂੰ ਗਵਾ ਰਿਹਾ, ਤੂੰ ਮੰਗਤਾ ਹੈ, ਤੂੰ ਸਭ ਤੋਂ ਨੀਵਾਂ ਹੈ, ਤੂੰ ਕਦੀ ਵੀ ਆਤਮਿਕ ਤੌਰ 'ਤੇ ਸੁਖੀ ਨਹੀਂ ਹੋ ਸਕਦਾ। ਜੇ ਆਤਮਿਕ ਤੌਰ 'ਤੇ ਸਕੂਨ ਚਾਹੁੰਦਾ ਹੈ ਤੇ ਗੁਰੂ ਸ਼ਬਦ ਨਾਲ ਜੁੜ, ਗੁਰੂ ਦੀ ਮੱਤ ਲੈ, ਗੁਰੂ ਦੇ ਗਿਆਨ ਨੂੰ ਫਾਲੋ ਕਰ, ਪਿਆਰ ਨਿਮਰਤਾ ਦਾ ਜੀਵਨ ਜੀ, ਤਾਂ ਹੀ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਕਰ ਪ੍ਰਭਾਪੇ ਮਿਲੇ। ਭੁੱਲ ਗਲਤੀ ਦੀ ਖਿਮਾ, ਧੰਨਵਾਦ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।